अज का दिन मुबारक करते हैं और इस खुशी के दिन के वास्ते प्रभु का शुक्र करांगे और इन्होंने बच्चों के लिए और जिस खुशी के अज का ये प्रोग्राम रखा गया है और इस प्रभु के हाथों में सारे प्रोग्राम देवांगे। हालेलुया। सारे अपने अखां बंद करांगे और प्रार्थना के नाल इस प्रोग्राम को शुरू करांगे। हालेलुया। सर्वशक्तिमान पिता परमेश्वर अब्राहम इसहाक याकूब के परमेश्वर साडे पिता सब के पिता असीं तुहाडा धन्नवाद ते तुहाडा शुक्र करते हैं प्रभु अज के दिन के वास्ते प्रभु जी और जो अज का समा तुसीं ठहराया है पिता परमेश्वर इन्हां बच्चों के वास्ते प्रभु जी खुदावंद खुदा जो तुहाडे शुक्रगुजारी पिता परमेश्वर बच्चे अज तुहाडे हजूर लैके आए हैं प्रभु जी खुदावंद असीं इन्हां दोनों बच्चों और छोटे बच्चे आई हुई सारी संगत नूं भैन भरावां नूं प्रभु तुहाडे हत्थां दे विच असीं दिंदे हां प्रभु जी और जो भी पिता परमेश्वर अज खुदावंद भजन गीत गाउण प्रभु जी और खुदावंद खुदा तुहाडे घर दे विच प्रभु कबूल होण प्रभु पिता परमेश्वर आया हुआ प्रभु सब नूं बहुत सारी बरकत देना और जो भी वचन बोलिया जाए वचन तुहाडे वल्लों बोलिया जाए और पिता परमेश्वर इस कार नूं इन्हां बच्चिआं नूं बहुत सारी बरकत मिले प्रभु यीशु दे नाम च मंगदे हां आमीन। हालेलुया। आओ असीं एक भजन गावांगे धन्नवाद दी भेंट चढ़ाइए सच्चे रब दा शुक्र मनाइए। हालेलुया। थैंक यू लॉर्ड। धन्नवाद दी भेंट चढ़ाए सच्चे रब दा शुक्र मनाए धन्नवाद दी भेंट चढ़ाए सच्चे रब दा शुक्र मनाए रब की होवे सना हमेशा रब की होवे सना। हालेलुया। रब की होवे सना हमेशा रब की होवे सना रब की होवे सना हमेशा रब की होवे सना रब की होवे सदा सराई
ਅਸੀਂ ਪ੍ਰਾਰਥਨਾ ਕਰਾਂਗੇ। ਅੱਜ ਸਾਡੇ ਨਾਲ ਨੇ ਭਾਈ ਹਨੀ ਜੀ, ਔਰ ਮਿਲ ਕੇ ਪ੍ਰਾਰਥਨਾ ਕਰਾਂਗੇ ਇਸ ਘਰ ਦੇ ਲਈ ਔਰ ਆਈ ਹੋਈ ਸੰਗਤ ਦੇ ਲਈ ਮਿਲ ਕੇ ਦੁਆ ਕਰਾਂਗੇ। ਹਾਲੇਲੂਇਆ। ਆਓ ਅਸੀਂ ਦੁਆ ਕਰੀਏ। ਮਹਾਨ ਪਿਤਾ ਪਰਮੇਸ਼ਰ, ਅਸੀਂ ਸਭ ਤੋਂ ਪਹਿਲਾਂ ਤੇਰਾ ਧੰਨਵਾਦ ਕਰਦੇ ਹਾਂ। ਤੂੰ ਸਾਨੂੰ ਸਾਰਿਆਂ ਨੂੰ ਜ਼ਿੰਦਿਆਂ ਦੀ ਜ਼ਮੀਨ ਤੇ ਜ਼ਿੰਦਾ ਰੱਖ ਕੇ ਅੱਜ ਦਾ ਦਿਨ ਦਿਖਾਇਆ, ਜ਼ਿੰਦਗੀ ਦਿੱਤੀ, ਤੰਦਰੁਸਤੀ ਦਿੱਤੀ। ਔਰ ਪਿਤਾ ਜੀ, ਤੂੰ ਆਪ ਕਿਹਾ ਜਿਸ ਘਰ ਜਾਓ ਉਸ ਘਰ ਦੀ ਸੁੱਖ ਸ਼ਾਂਤੀ ਸਲਾਮਤੀ ਮੰਗੋ। ਹਾਲੇਲੂਇਆ। ਪਿਤਾ ਤੇ ਬੱਚਿਆਂ ਦੇ ਘਰ ਦੀ ਸੁੱਖ ਸ਼ਾਂਤੀ ਔਰ ਸਲਾਮਤੀ ਮੰਗਦੇ ਹਾਂ। ਔਰ ਅਸੀਂ ਤੇਰਾ ਇਸ ਲਈ ਵੀ ਸ਼ੁਕਰ ਕਰਦੇ ਹਾਂ, ਤੂੰ ਸਾਡਾ ਸਫ਼ਰ 'ਚ ਸਭ ਦਾ ਸਾਥ ਦਿੱਤਾ। ਉਹਨਾਂ ਡਰਾਈਵਰਾਂ ਨੂੰ, ਪੈਸੰਜਰਾਂ ਨੂੰ, ਕਾਰਾਂ ਨੂੰ, ਸਭ ਨੂੰ ਤੇਰੇ ਜ਼ੋਰਾਵਰ ਹੱਥ 'ਚ ਦਿੱਤਾ ਤੇ ਤੇਰੇ ਦੂਤਾਂ ਦੀ ਵਾਰ ਉਹਨਾਂ ਗੱਡੀਆਂ ਦੇ ਆਲੇ ਦੁਆਲੇ ਹੀ ਸੀ। ਔਰ ਤੂੰ ਸਾਨੂੰ ਸਹੀ ਸਲਾਮਤ ਸਾਡੀ ਮੰਜ਼ਿਲ ਤੇ ਪਹੁੰਚਾਇਆ ਤਾਂ ਕਿ ਅਸੀਂ ਇਸ ਘਰ 'ਚ ਪਹੁੰਚ ਕੇ ਤੇਰਾ ਧੰਨਵਾਦ ਤੇ ਤੇਰਾ ਸ਼ੁਕਰੀਆ ਅਦਾ ਕਰੀਏ। ਇਸ ਘਰ 'ਚ ਜਿੰਨੇ ਵੀ ਰਹਿੰਦੇ ਹਨ ਪਿਤਾ ਪਰਮੇਸ਼ਰ ਮੈਂਬਰ, ਸਭ ਨੂੰ ਤੇਰੇ ਬੇਟੇ ਯਿਸੂ ਦੇ ਖੂਨ 'ਚ ਛੁਪਾਉਂਦੇ ਹਾਂ। ਤੇਰੇ ਦੂਤਾਂ ਦੀ ਬਾੜ ਇਸ ਘਰ ਦੇ ਆਲੇ ਦੁਆਲੇ ਹੋਵੇ ਔਰ ਇਸ ਘਰ 'ਚ ਤੇਰਾ ਰਾਜ, ਤੇਰੀ ਬਜ਼ੁਰਗੀ, ਤੇਰੀ ਹਜ਼ੂਰੀ ਹੋਵੇ। ਇਸ ਘਰ ਦਾ ਤੂੰ ਮਾਲਕ ਹੈ, ਤੂੰ ਚੱਲਦਾ ਫਿਰਦਾ ਨਜ਼ਰ ਆਏ। ਔਰ ਪਿਤਾ ਜਿਸ ਖੁਸ਼ੀ ਲਈ ਇਕੱਠੇ ਹੋਏ ਹਨ ਉਸ ਖੁਸ਼ੀ ਨੂੰ ਦੁਬਾਰਾ ਕਰੀ। ਔਰ ਪਿਤਾ ਪਰਮੇਸ਼ਰ, ਅਸੀਂ ਪ੍ਰਿੰਸ ਨੂੰ, ਸੂਜ਼ਨ ਨੂੰ, ਉਹਨਾਂ ਦੇ ਦੋਨਾਂ ਬੱਚਿਆਂ ਨੂੰ ਔਰ ਉਹਨਾਂ ਦੇ ਮਾਮਾ ਡੈਡ ਨੂੰ, ਸਭ ਨੂੰ ਤੇਰੇ ਜ਼ੋਰਾਵਰ ਹੱਥ 'ਚ ਦਿੰਦੇ ਹਾਂ। ਜਿੰਨੇ ਵੀ ਰਿਸ਼ਤੇਦਾਰ, ਭੈਣ ਭਰਾ, ਤੇਰਾ ਬੰਦਾ ਯੂਨਸ ਔਰ ਤੇਰੀ ਬੰਦੀ ਪ੍ਰਵੀਨ ਆਏ, ਸਭ ਲਈ ਤੇਰਾ ਸ਼ੁਕਰ ਕਰਦੇ ਹਾਂ। ਸਾਰਾ ਇੱਥੇ ਇਕੱਠੇ ਹੋ ਕੇ ਗੀਤ ਭਜਨ ਗਾਉਣਾ, ਤੇਰਾ ਵਚਨ ਪੜ੍ਹਨਾ, ਸੁਣਨਾ, ਸੁਣਾਉਣਾ ਸਭ ਤੇਰੇ ਜਲਾਲ ਲਈ ਹੋਵੇ। ਔਰ ਪਿਤਾ ਪਰਮੇਸ਼ਰ, ਸਾਡੀ ਇਹੀ ਮਿੰਨਤ ਹੈ ਕਿ ਮਸੀਹੀ ਪਿਆਰ ਹਮੇਸ਼ਾ ਹਮੇਸ਼ਾ ਕਾਇਮ ਰਹੇ। ਔਰ ਖਾਸ ਕਰਕੇ ਇਸ ਘਰ ਦੇ ਜਿੰਨੇ ਵੀ ਮੈਂਬਰ ਆ ਉਹਨਾਂ ਨੂੰ ਸਭ ਨੂੰ ਆਪਣੇ ਵਿੱਚ ਵਧਣ ਲਈ ਹਿੰਮਤ, ਤਾਕਤ ਔਰ ਦਲੇਰੀ ਦੇਈ। ਦੁਆ ਕਰਨ ਦੀ, ਕਲਾਮ ਪੜ੍ਹਨ ਦੀ ਭੁੱਖ ਔਰ ਪਿਆਸ ਪੈਦਾ ਕਰੀ। ਔਰ ਪਿਤਾ ਪਰਮੇਸ਼ਰ, ਅਸੀਂ ਇਹ ਤੇਰੇ ਬੇਟੇ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਜਿਸ ਦਾ ਵਾਅਦਾ ਹੈ ਜੋ ਕੁਛ ਵੀ ਮੇਰੇ ਨਾਮ ਤੇ ਅਸਮਾਨੀ ਬਾਪ ਤੋਂ ਮੰਗੋ ਯਕੀਨ ਜਾਣੋ ਕਿ ਮਿਲ ਗਿਆ। ਔਰ ਤੇਰਾ ਵਾਅਦਾ ਹੈ ਜਿੱਥੇ ਵੀ ਮੇਰੇ ਨਾਂ ਲਈ 2 ਜਾਂ 3 ਇਕੱਠੇ ਹੋਣਗੇ ਮੈਂ ਉਹਨਾਂ ਦੇ ਵਿੱਚ ਹਾਜ਼ਰ ਤੇ ਨਾਲ। ਹਾਲੇਲੂਇਆ। ਸਾਡਾ ਪੂਰਾ ਯਕੀਨ ਹੈ ਕਿ ਤੂੰ ਅੱਜ ਦੀ ਸ਼ਾਮ ਸਾਡੇ ਵਿੱਚ ਹਾਜ਼ਰ ਹੈ। ਇਹ ਤੇਰੀ ਦਇਆ, ਤੇਰਾ ਰਹਿਮ, ਤੇਰਾ ਫਜ਼ਲ ਹੈ ਕਿ ਤੂੰ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ ਕਿ ਅਸੀਂ ਇਸ ਖਾਨਦਾਨ ਨੂੰ ਮਿਲ ਕੇ ਤੇਰੀ ਸ਼ੁਕਰਗੁਜ਼ਾਰੀ ਕਰੀਏ, ਤੇਰੀ ਬੰਦਗੀ ਇਬਾਦਤ ਕਰੀਏ। ਪਿਤਾ, ਤੂੰ ਆਪਣੀ ਬੰਦੇ ਪ੍ਰਿੰਸ ਨੂੰ ਔਰ ਸੂਜ਼ਨ ਨੂੰ, ਉਹਦੇ ਦੋਨਾਂ ਬੱਚਿਆਂ ਨੂੰ ਬਹੁਤ ਸਾਰੀ ਆਸ਼ੀਸ਼ ਬਖਸ਼। ਔਰ ਜਿੰਨੇ ਵੀ ਅਸੀਂ ਸਾਰੇ ਇੱਥੇ ਆਏ ਹੋਏ ਹਾਂ ਇਕੱਠੇ ਹੋ ਕੇ, ਭੈਣ ਭਰਾ, ਰਿਸ਼ਤੇਦਾਰ, ਸਭ ਲਈ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਹਾਂ। ਸਾਨੂੰ ਆਪਣਾ ਸ਼ੁਕਰ ਕਰਨਾ ਸਿਖਾ ਕਿ ਸਭ ਕੁਝ ਤੇਰੇ ਪਿਆਰੇ ਬੇਟੇ ਆਪਣੇ ਪ੍ਰਭੂ ਯਿਸੂ ਦੇ ਨਾਮ 'ਚ ਮੰਗਦੇ ਔਰ ਪਾ ਲੈਂਦੇ ਹਾਂ। ਸੁਣ ਤੇ ਕਬੂਲ। ਆਮੀਨ ਆਮੀਨ। ਹਾਲੇਲੂਇਆ। ਆਓ ਅਸੀਂ ਹੋਰ खुशी खुशी मनाओ, बोलो बोलो मसीहा की जय। हालेलुया। आज खुशी का दिन है, शुक्रगुजारी कर रहे हैं बच्चे और सब मिलकर सी प्रभु का धन्यवाद ते प्रभु का शुक्र करिए। हालेलुया। खुशी खुशी मनाओ, खुशी खुशी मनाओ, बोलो बोलो मसीहा की जय। बोलो बोलो मसीहा की जय।
ਸ਼ੇਅਰ ਕਰਨਾ ਚਾਹੁੰਦਾ ਤੇ ਸਮਾਂ ਹੈਗਾ ਹੈ, ਔਰ ਪ੍ਰਭੂ ਦੀ ਭਲਾਈ ਦੀ ਤਾਰੀਫ ਦੇ ਵਿੱਚ ਕੋਈ ਟੈਸਟਮਨੀ ਸ਼ੇਅਰ ਕਰਨਾ ਚਾਹੁੰਦਾ ਤੇ ਕਰ ਸਕਦਾ, ਸਮਾਂ ਹੈ ਆਪਣੇ ਕੋਲ। ਹਾਲੇਲੂਇਆ। ਹਾਲੇਲੂਇਆ। ਤੁਸੀਂ ਕਰ ਲਓ ਹਾਲੇਲੂਇਆ। ਪ੍ਰਿੰਸ ਦੇ ਡੈਡੀ ਇੰਡੀਆ ਤੋਂ ਆਏ, ਇਹਨਾਂ ਨੂੰ ਵੈਲਕਮ ਕਰਾਂਗੇ ਅਸੀਂ। ਹਾਲੇਲੂਇਆ। ਮੰਮੀ ਡੈਡੀ ਆਏ ਦੋਨੋਂ। ਹਾਲੇਲੂਇਆ। ਠੀਕ ਹੈ। ਹਾਲੇਲੂਇਆ। Praise the Lord. Praise the Lord. खुदा का शुक्र करते हैं कि सानू खुदा ने आज तक संभालिया, जिंदा रखा, और खुदा की दी हुई निजात लिए उसका शुक्र अदा करते हैं। असी पहला तो ईसाई खानदान दे विच तां सीगे, पर जिस तरह आम जिस तरह सारे लोग हैगे हैं, CNI चर्च के मैंबर भी सीगे, पर सानू खुदा के बारे कोई इतनी जानकारी नहीं सी। पर यह है भी खुदा ने सानू मतलब बड़े अजीब तरीके नाल अपने मतलब वचन के मुताबिक सानू खुदा ने चुनिया, अलग किया इस दुनिया चों। और साडे खानदान दे विच काफ़ी सारिया मुश्किलां आईयां, पर खुदा ने सानू उन्हां मुश्किलां चों कढिया। हालेलुया। और खास करके ਜਦੋਂ ਅਸੀਂ ਮਤਲਬ ਯਿਸੂ ਮਸੀਹ ਦੇ ਵਿੱਚ ਆਏ, ਇਸ ਤੋਂ ਪਹਿਲਾਂ ਅਸੀਂ ਨਾ ਤਾਂ ਦੁਆ ਹੀ ਕਰਦੇ ਸੀ, ਨਾ ਹੀ ਬਾਈਬਲ ਪੜ੍ਹਦੇ ਸੀਗੇ। ਆਮ ਜਨਰਲੀ ਜਿਸ ਤਰ੍ਹਾਂ ਲੋਕੀ ਈਸਾਈ ਲੋਕ ਹੈਗੇ ਆ, ਇਸ ਤਰ੍ਹਾਂ ਸੀ ਅਸੀਂ। ਪਰ ਖੁਦਾ ਨੇ ਸਾਡੇ ਤੇ ਰਹਿਮ ਕੀਤਾ। ਬਾਅਦ 'ਚ ਸਾਨੂੰ ਕੁਛ ਪੈਂਤੀਕੋਸਟਲ ਜਿਹੜੇ ਲੋਕ ਹੈਗੇ ਆ, ਉਹਨਾਂ ਦੇ ਬਾਰੇ ਸਾਨੂੰ ਪਤਾ ਲੱਗਿਆ। ਤੇ ਜਦੋਂ ਅਸੀਂ ਪੈਂਤੀਕੋਸਟਲ ਮਿਸ਼ਨ ਦੇ ਵਿੱਚ ਜਾਣ ਲੱਗੇ, ਤੇ ਵਾਕਈ ਜੋ ਖੁਦਾ ਦੀਆਂ ਮਤਲਬ ਗੱਲਾਂ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ, ਉਹਨਾਂ ਦੇ ਬਾਰੇ ਜਦੋਂ ਅਸੀਂ ਮਤਲਬ ਦੇਖਿਆ ਜਾਂ ਪੜ੍ਹਿਆ ਜਾਂ ਜੋ ਵੀ ਅਸੀਂ ਸੁਣਿਆ ਉਹਨਾਂ ਦੇ ਲੋਕਾਂ ਕੋਲੋਂ, ਤੇ ਸਾਰੀਆਂ ਗੱਲਾਂ ਅਸੀਂ ਮਤਲਬ ਬਿਲਕੁਲ ਪਹਿਲਾਂ ਨਹੀਂ ਸੀ ਜਾਣਦੇ। ਪਰ ਖੁਦਾ ਨੇ ਸਾਡੇ 'ਤੇ ਰਹਿਮ ਕੀਤਾ। ਸਾਨੂੰ ਖੁਦਾ ਨੇ ਉਹਨਾਂ ਗੱਲਾਂ ਨੂੰ, ਉਹਨਾਂ ਵਚਨਾਂ ਨੂੰ ਸੁਣਨ ਵਾਸਤੇ, ਸਮਝਣ ਵਾਸਤੇ ਅਕਲ ਦਿੱਤੀ ਹੈ। ਸਾਨੂੰ ਤੋਬਾ ਕਰਨ ਵਾਸਤੇ ਮਤਲਬ ਜਿਹੜਾ ਜੋ ਕੁਛ ਖੁਦਾ ਨੇ ਮਤਲਬ ਵਚਨ ਦੇ ਮੁਤਾबिक ਲਿਖਿਆ ਹੈ, ਸਾਨੂੰ ਤੋਬਾ ਕਰਨ ਵਾਸਤੇ ਮਤਲਬ ਪਤਾ ਲੱਗਿਆ ਵੀ ਤੋਬਾ ਵੀ ਕਰਨੀ ਚਾਹੀਦੀ ਹੈ। ਤੋਬਾ ਤੋਂ ਬਗੈਰ ਅਸੀਂ ਮਤਲਬ ਕੁਛ ਨਹੀਂ। ਜਦੋਂ ਤਾਂ ਅਸੀਂ ਆਪਣੇ ਪਾਪਾਂ ਨੂੰ ਜਾਂ ਆਪਣੇ ਗੁਨਾਹਾਂ ਨੂੰ ਇਕਰਾਰ ਕਰਕੇ ਮੰਨ ਨਹੀਂ ਲੈਂਦੇ, ਛੱਡ ਨਹੀਂ ਲੈਂਦੇ, ਉਹਨਾਂ ਚਿਰ ਅਸੀਂ ਕੁਛ ਵੀ ਖੁਦਾ ਦੇ ਵਾਸਤੇ ਜਾਂ ਅਸੀਂ ਆਪਣੇ ਵਾਸਤੇ ਕੁਛ ਵੀ ਨਹੀਂ ਹੈ, ਕੁਛ ਨਹੀਂ ਕਰ ਸਕਦੇ। ਉਸ ਤੋਂ ਬਾਅਦ ਫਿਰ ਅਸੀਂ ਜਿਸ ਤਰ੍ਹਾਂ ਖੁਦਾ ਦੇ ਵਿੱਚ ਅਸੀਂ ਮਤਲਬ ਵਧਦੇ ਗਏ, ਸਾਨੂੰ ਖੁਦਾ ਦੀਆਂ ਗਹਿਰੇ ਭੇਦ ਜਿਹੜੇ ਸਾਡੇ ਤੇ ਜ਼ਾਹਰ ਹੋਏ। ਹਾਲੇਲੂਇਆ। ਖੁਦਾ ਨੇ ਸਾਨੂੰ ਦੱਸਿਆ ਵੀ ਮਤਲਬ ਤੁਸੀਂ ਮੇਰੇ ਕੋਲ ਜੋ ਕੁਛ ਵੀ ਮੰਗੋ ਮੈਂ ਤੁਹਾਨੂੰ ਦਵਾਂਗਾ ਵਚਨ ਦੇ ਮੁਤਾਬਿਕ। ਪਰ ਅਸੀਂ ਦੁਨਿਆਵੀ ਚੀਜ਼ਾਂ ਜਿਹੜੀਆਂ ਸਾਨੂੰ ਮਤਲਬ ਅਸੀਂ ਇਹਨੇ ਮਤਲਬ ਆਪਣੇ ਆਪ ਨੂੰ ਇਹ ਨਹੀਂ ਸੀ ਕਹਿ ਸਕਦੇ ਕਿ ਅਸੀਂ ਬਹੁਤ ਮਤਲਬ ਇੱਕ ਸਪਿਰਚੁਅਲ ਜਾਂ ਮਤਲਬ ਰੂਹਾਨੀ ਲੋਕ ਸੀ। ਇਹ ਸਾਡੇ ਵਿੱਚ ਕੁਛ ਨਹੀਂ ਸੀ ਉਦੋਂ। ਜਿਸ ਤਰ੍ਹਾਂ ਖੁਦਾ ਨੇ ਸਾਨੂੰ ਮਤਲਬ ਇਸਤੇਮਾਲ ਕੀਤਾ, ਜੋ ਅਸੀਂ ਖੁਦਾ ਦੇ ਕੋਲੋਂ ਮੰਗਿਆ ਉਹੀ ਸਾਨੂੰ ਮਿਲਿਆ। ਹਾਲੇਲੂਇਆ। ਖੁਦਾ ਦਾ ਸ਼ੁਕਰ ਹੈ ਕਿ ਅਸੀਂ ਅੱਜ ਤੱਕ ਖੁਦਾ ਨੇ ਸਾਨੂੰ ਮਤਲਬ ਸਾਰੀਆਂ ਦੁੱਖਾਂ ਮੁਸੀਬਤਾਂ ਚੋਂ ਬਚਾ ਕੇ ਰੱਖਿਆ। ਔਰ ਜੋ ਖੁਦਾ ਦੀ ਆਸ਼ੀਸ਼ ਔਰ ਬਰਕਤ ਸਾਨੂੰ ਮਿਲੀ ਹੈ, ਉਹ ਅੱਜ ਤੱਕ ਖੁਦਾ ਨੇ ਸਾਡੇ ਉੱਤੇ ਰਹਿਮ ਕੀਤਾ, ਸਾਨੂੰ ਸੰਭਾਲਿਆ, ਇਸ ਦੁਨੀਆ ਚੋਂ ਅਲੱਗ ਕੀਤਾ। ਤੇ ਸਾਨੂੰ ਇਹ ਸਮਝ ਦਿੱਤੀ ਖੁਦਾ ਨੇ ਕਿ ਮਤਲਬ ਦੁਨਿਆਵੀ ਗੱਲਾਂ ਦੇ ਵਿੱਚੋਂ ਜਾਂ ਦੁਨਿਆਵੀ ਲੋਕਾਂ ਦੇ ਵਿੱਚੋਂ ਨਿਕਲ ਕੇ ਤੁਸੀਂ ਆਪਣੀ ਜਿਹੜੀ ਰੂਹਾਨੀ ਜ਼ਿੰਦਗੀ ਜਿਹੜੀ ਹੈ ਉਹ ਬਸਰ ਕਰਨੀ ਚਾਹੀਦੀ ਹੈ ਤੁਹਾਨੂੰ। ਫਿਰ ਹੀ ਅਸੀਂ ਖੁਦਾ ਦੇ ਮਤਲਬ ਨਜ਼ਦੀਕ ਆ ਸਕਦੇ ਹਾਂ। ਤਾਂ ਖੁਦਾ ਦਾ ਸ਼ੁਕਰ ਹੈ ਕਿ ਅਸੀਂ ਉਹਦੀ ਰਹਿਮਤ ਦੇ ਨਾਲ ਅੱਜ ਤੱਕ ਅਸੀਂ ਜ਼ਿੰਦਾ ਹਾਂ, ਔਰ ਖੁਦਾ ਨੇ ਸਾਨੂੰ ਇਸ ਦੁਨੀਆ ਚੋਂ ਅਲੱਗ ਕੀਤਾ। ਔਰ ਜੋ ਸਾਨੂੰ ਖੁਦਾ ਨੇ ਆਸ਼ੀਸ਼ ਔਰ ਬਰਕਤ ਦਿੱਤੀ ਹੈ, ਬੱਚਿਆਂ ਦੇ ਉੱਤੇ ਰਹਿਮ ਕੀਤਾ। ਖਾਸ ਕਰਕੇ ਮੈਂ ਕਾਫੀ ਦੇਰ ਬਾਹਰ ਹੀ ਰਿਹਾ, ਤਕਰੀਬਨ ਆਊਟ ਆਫ ਇੰਡੀਆ ਤੋਂ। ਤੇ ਖੁਦਾ ਦਾ ਸ਼ੁਕਰ ਹੈ ਕਿ ਬੱਚੇ ਵੀ ਖੁਦਾ ਨੇ ਬੱਚਿਆਂ ਨੂੰ ਵੀ ਸੰਭਾਲ ਕੇ ਰੱਖਿਆ, ਇਸ ਤਰ੍ਹਾਂ ਦੀ ਸਮਝ ਦਿੱਤੀ ਕਿ ਮਤਲਬ
ਕੋਈ ਗਲਤ ਸੰਗਤੀ ਵਿੱਚ ਨਹੀਂ ਜਾਣ ਦਿੱਤਾ। ਬੱਚੇ ਸਾਰੇ ਪੜ੍ਹ ਲਿਖ ਕੇ ਆ ਕੇ ਮਤਲਬ ਜਿਸ ਤਰ੍ਹਾਂ ਵੀ ਖੁਦਾ ਦੀ ਮਤਲਬ ਪਲਾਨਿੰਗ ਸੀਗੀ ਜਾਂ ਸਾਡੇ ਤੇ ਖੁਦਾ ਨੇ ਰਹਿਮ ਕੀਤਾ, ਉਸ ਤਰ੍ਹਾਂ ਬੱਚੇ ਵੀ ਆਪਣੀ ਆਪਣੀ ਜਗ੍ਹਾ ਸੈੱਟ ਹੈ ਤੇ ਖੁਦਾ ਨੇ ਦਿੱਤੀਆਂ ਸਾਰੀਆਂ ਆਸ਼ੀਸ਼ ਬਰਕਤਾਂ ਲਈ ਉਹਦਾ ਸ਼ੁਕਰ ਅਦਾ ਕਰਦੇ ਹਾਂ। ਤੋ ਸਾਰਿਆਂ ਨੂੰ ਮਤਲਬ ਬੱਚਿਆਂ ਨੂੰ ਆਸ਼ੀਸ਼ ਜੋ ਬਰਕਤ ਦਿੱਤੀ ਹੈ ਖੁਦਾ ਨੇ, ਉਹਦੇ ਵਾਸਤੇ ਖੁਦਾ ਦਾ ਸ਼ੁਕਰ ਅਦਾ ਕਰਦੇ ਹਾਂ। ਸਾਨੂੰ ਬੜੀਆਂ ਖੁਦਾ ਨੇ ਆਸ਼ੀਸ਼ਾਂ ਬਰਕਤਾਂ ਦਿੱਤੀਆਂ ਔਰ ਬਹੁਤ ਸਾਰੇ ਦੁੱਖਾਂ ਮੁਸੀਬਤਾਂ ਵਿੱਚੋਂ ਵੀ ਸਾਨੂੰ ਖੁਦਾ ਨੇ ਕੱਢਿਆ ਤੇ ਬੁਰੇ ਲੋਕਾਂ ਤੋਂ ਸਾਨੂੰ ਬਚਾਇਆ। ਅੱਜ ਖੁਦਾ ਨੇ ਦਿੱਤੀਆਂ ਸਾਰੀਆਂ ਆਸ਼ੀਸ਼ ਬਰਕਤਾਂ ਦੀ ਸ਼ੁਕਰ ਅਦਾ ਕਰਦੇ ਹਾਂ। ਸਾਰੇ ਨੂੰ ਜੈ ਮਸੀਹ ਕੀ। ਹੋਰ ਕੋਈ ਟੈਸਟਮਨੀ ਹੈ? ਆਏ ਤੁਸੀਂ ਦੱਸੋ ਇੱਥੇ ਬੈਠੇ ਬੋਲ। ਜਦੋਂ ਅਸੀਂ ਸਾਹਿਬ ਤੁਸੀਂ ਗੀਤ ਗਾਉਣਾ ਕਹਿਣਾ ਕਹੋ ਕੁਛ। ਮੈਂ ਕਹਿਣ ਲੱਗਾ ਸੀ ਵੀ ਜਦੋਂ ਬੰਦਾ ਮਸੀਹ ਦੇ ਵਿੱਚ ਵੱਧਦਾ ਆ, ਸ਼ੈਤਾਨ ਵੀ ਬਹੁਤ ਪਿੱਛਾ ਕਰਦਾ ਹੈ। ਔਰ ਥੋੜੇ ਦਿਨ ਹੋ ਗਏ ਮੇਰੀ ਤਬੀਅਤ ਬਹੁਤ ਠੀਕ ਨਹੀਂ ਸੀ, ਮੈਨੂੰ ਆਪਣੇ ਆਪ ਪਤਾ ਹੁੰਦਾ ਵੀ ਮੈਂ ਠੀਕ ਨਹੀਂ ਫੀਲ ਕਰ ਰਿਹਾ। ਅੱਜ ਵੀ ਜਦੋਂ ਅਸੀਂ ਆਉਣਾ ਸੀ ਤਿਆਰ ਹੋ ਕੇ ਮੈਂ ਮੌਜੂਦ ਕੇ ਗਿਆ ਤੇ ਉੱਥੇ ਇੱਕ ਕੁਰਸੀ ਸੀ ਪਈ, ਭਾਜੀ ਕਹਿੰਦੇ ਇੱਥੇ ਬਹਿ ਜਾ। ਮੈਂ ਬੈਠਾ, ਮੈਂ ਰੱਬ ਦੇ ਰਾਹ ਤੇ ਟਿਕਿਆ ਤੇ ਖੁਦਾ ਦਾ ਸ਼ੁਕਰ ਹੈ ਮੈਂ ਬਚ ਗਿਆ। ਕੁਛ ਵੀ ਹੋ ਸਕਦਾ ਸੀ ਕਿਉਂਕਿ ਇਹ ਸਾਰੇ ਤਿਆਰ ਸੀ ਆਉਣ ਨੂੰ ਇੱਧਰ, ਜੇ ਕੋਈ ਇੱਦਾਂ ਦਾ ਵੱਡਾ ਹਾਦਸਾ ਹੋ ਜਾਂਦਾ ਤੇ ਸਭ ਕੁਝ ਸਪੋਇਲ ਹੋ ਜਾਣਾ। ਪ੍ਰਭੂ ਫਿਰ ਵੀ ਸਾਨੂੰ ਬਚਾਉਂਦਾ ਔਰ ਅਸੀਂ ਉਹਦਾ ਜਿੰਨਾ ਵੀ ਧੰਨਵਾਦ ਕਰੀਏ ਉਨਾ ਹੀ ਥੋੜਾ ਹੈ, ਕਿਉਂਕਿ ਸਾਡਾ ਪ੍ਰਭੂ ਮਹਾਨ ਪਰਮੇਸ਼ਵਰ ਹੈ। ਉਹਦੀਆਂ ਜਿੱਦਾਂ ਭਾਜੀ ਉਹਦੀਆਂ ਭਲਾਈਆਂ ਨੂੰ, ਉਹਦੀਆਂ ਬਰਕਤਾਂ ਨੂੰ, ਉਹਦੇ ਰਹਿਮ ਨੂੰ, ਉਹਦੇ ਫਜ਼ਲ ਨੂੰ ਯਾਦ ਕਰੀਏ ਕਿ ਉਹ ਆਪਣੇ ਬੰਦਿਆਂ ਨੂੰ ਕਦੀ ਨਹੀਂ ਛੱਡਦਾ। ਉਹ ਕਹਿੰਦਾ ਮੈਂ ਦੁਨੀਆ ਦੇ ਆਖਰ ਤੱਕ ਤੁਹਾਡੇ ਨਾਲ ਹੈ, ਮੈਂ ਤੁਹਾਨੂੰ ਕਦੀ ਯਤੀਮ ਨਹੀਂ ਛੱਡੂਗਾ। ਔਰ ਅੱਜ ਵੀ ਅਸੀਂ ਖੁਦਾ ਦਾ ਸ਼ੁਕਰ ਕਰਦੇ ਹਾਂ ਕਿ ਖੁਦਾ ਨੇ ਸਾਨੂੰ ਆਪਣੇ ਬੱਚੇ ਪ੍ਰਿੰਸ ਦੇ ਘਰ ਔਰ ਸੂਜ਼ਨ ਦੇ ਘਰ 'ਚ ਇਕੱਠੇ ਕੀਤਾ, ਸਭ ਰਿਸ਼ਤੇਦਾਰ ਇਕੱਠੇ ਹੋਏ ਔਰ ਅਸੀਂ ਇਸ ਘਰ 'ਚ ਜ਼ਿੰਦਗੀ ਇਬਾਦਤ ਲਈ ਇਕੱਠੇ ਹੋਏ ਤਾਂ ਕਿ ਸਾਰਾ ਜਲਾਲ ਯਿਸੂ ਨਾਮ ਨੂੰ ਹੈ। ਇਹ ਉਹਦੀ ਦਇਆ, ਉਹਦਾ ਰਹਿਮ, ਉਹਦਾ ਫਜ਼ਲ। ਔਰ ਅਸੀਂ ਪ੍ਰਭੂ ਦਾ ਸ਼ੁਕਰ ਕਰਦੇ ਹਾਂ ਸਾਨੂੰ ਪ੍ਰਭੂ ਸਹੀ ਸਲਾਮਤ ਲੈ ਕੇ ਇੱਥੇ ਆਇਆ। ਜਦੋਂ ਅਸੀਂ ਖੁਦਾ ਦੀ ਬਣਾਈ ਹੋਈ ਦੁਨੀਆ ਨੂੰ ਦੇਖਦੇ ਹਾਂ ਤੇ ਸੱਚਮੁੱਚ ਖੁਦਾ ਇੰਨਾ ਮਹਾਨ ਆ। ਉਹਦੀ ਕਾਇਨਾਤ ਅਗਰ ਅਸੀਂ ਬਾਹਰ ਜਦੋਂ ਗਾਰਡਨਾਂ 'ਚ ਦੇਖਦੇ ਹਾਂ, ਗਮਲਿਆਂ 'ਚ ਦੇਖਦੇ ਹਾਂ, ਫੁੱਲ ਫਲੈਰੀਆਂ ਲੱਗੇ, ਕਿੰਨੇ ਸੋਹਣੇ ਰੰਗ ਖੁਦਾ ਦਿੰਦਾ ਹੈ। ਉਹ ਕੋਈ ਇਨਸਾਨ ਨਹੀਂ ਉੱਦਾਂ ਦੇ ਰੰਗ ਦੇ ਸਕਦਾ। ਖੁਦਾ ਦੇ ਆਪਣੇ ਹੁਕਮ ਦੇ ਮੁਤਾਬਕ ਉਹ ਸਾਰਾ ਕੁਛ ਹੈ। ਔਰ ਖੁਦਾ ਦੀ ਹਰ ਭਲਾਈ ਲਈ, ਹਰ ਬਰਕਤ ਲਈ ਖੁਦਾ ਦਾ ਸ਼ੁਕਰ ਹੈ। ਅਸੀਂ ਸੱਚਮੁੱਚ ਅਗਰ ਮਸੀਹੀ ਹਾਂ ਤੇ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਇੱਕ ਦੂਜੇ ਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖੀਏ, ਕਿਉਂਕਿ ਇਮਾਨਦਾਰ ਦੀ ਦੁਆ ਨਾਲ ਬਹੁਤ ਕੁਝ ਹੁੰਦਾ ਹੈ। ਔਰ ਅਸੀਂ ਅੱਜ ਵੀ ਦੁਪਹਿਰ ਖੁਦਾ ਦਾ ਸ਼ੁਕਰ ਕਰਦੇ ਹਾਂ ਇੱਥੇ ਇਕੱਠੇ ਹੋਣ ਲਈ, ਗੀਤ ਭਜਨ ਗਾਉਣ ਲਈ, ਵਚਨ ਲਈ, ਸਭ ਲਈ। ਇਹ ਖੁਦਾ ਦੀ ਦਇਆ, ਖੁਦਾ ਦਾ ਰਹਿਮ, ਖੁਦਾ ਦਾ ਫਜ਼ਲ ਹੈ ਕਿ ਖੁਦਾ ਨੇ ਆਪਣੇ ਬੱਚੇ ਪ੍ਰਿੰਸ ਨੂੰ ਬੇਟਾ ਦਿੱਤਾ, ਇਹਦਾ ਬੇਟੀ ਸੀ ਹੁਣ ਬੇਟਾ ਦਿੱਤਾ, ਕਿ ਉਹਦੀ ਖੁਸ਼ੀ 'ਚ ਅਸੀਂ ਅੱਜ ਇਕੱਠੇ ਹਾਂ ਅਤੇ ਸਾਰਾ ਜਲਾਲ ਯਿਸੂ ਮਸੀਹ ਦੇ ਨਾਮ ਨੂੰ ਦੇਈਏ। ਖੁਦਾ ਤੁਹਾਨੂੰ ਸਭ ਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇ। ਆਮੀਨ ਆਮੀਨ ਹਾਲੇਲੂਇਆ। और अब ਅਸੀਂ ਥੋੜਾ बच्चन ਦੇ ਵੱਲ ਚੱਲਦੇ ਹਾਂ। 128 ਜਬੂਰ ਸਾਹਿਬ ਮਿਲ ਕੇ ਅਸੀਂ ਪੜਾਂਗੇ। ਸਾਮ 128 ਇੰਗਲਿਸ਼ ਦੀ ਬਾਈਬਲ ਹੈ ਕਿ ਬੱਚਾ ਕੋਲ ਕਿਤੇ ਚਲੇ ਆਣਗੇ ਆਪਣੇ। ਠੀਕ ਹੈ ਤੁਸੀਂ ਪਤਾ ਤੁਸੀਂ
जिनके पास बाइबल है सारे अपनी बाइबल खोल दें और इस टाइम पूरी दुनिया आपको देख रही है और अपना सारे दिमाग खुदा की दुआ बताएंगे बल्कि सबको Psalm 128 आखिर तक पढ़े 128 साल के 6 आयतें हैं ਤੁਸੀਂ ਪੰਜਾਬੀ ਜੀ ਪੜ੍ਹ ਲਓ। ਧੰਨ ਹੈ ਹਰੇਕ ਜੋ ਯਹੋਵਾ ਦਾ ਭੈ ਮੰਨਦਾ ਹੈ ਅਤੇ ਉਸ ਦੀਆਂ ਰਾਹਾਂ ਉੱਤੇ ਚੱਲਦਾ ਹੈ। ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਏਗਾ, ਤੂੰ ਧਨ ਹੋਵੇਗਾ ਤੇ ਤੇਰਾ ਭਲਾ ਹੋਵੇਗਾ। ਤੇਰੀ ਵਹੁਟੀ ਫਲਦਾਰ ਦਾਖ ਵਾਂਗੂ ਤੇਰੇ ਘਰ ਦੇ ਅੰਦਰ ਹੋਵੇਗੀ, ਤੇਰੇ ਬੱਚੇ ਜ਼ੈਤੂਨ ਦੇ ਬੂਟਿਆਂ ਵਾਂਗੂ ਤੇਰੀ ਮੇਜ਼ ਦੇ ਆਲੇ ਦੁਆਲੇ ਹੋਣਗੇ। ਹਾਲੇਲੂਇਆ। ਵੇਖੋ ਮਰਦ ਮੁਬਾਰਕ ਹੋਵੇਗਾ ਜਿਹੜਾ ਯਹੋਵਾ ਦਾ ਭੈ ਮੰਨਦਾ ਹੈ। ਯਹੋਵਾ ਸਯੂਨ ਤੋਂ ਤੈਨੂੰ ਬਰਕਤ ਦੇਵੇ ਅਤੇ ਤੂੰ ਜੀਵਨ ਭਰ ਯਰੂਸ਼ਲਮ ਦੀ ਭਲਾਈ ਵੇਖੇ ਅਤੇ ਆਪਣੇ ਦੋਤਰੇ ਪੋਤਰੇ ਵੇਖੇ। ਇਸਰਾਈਲ ਉੱਤੇ ਸਲਾਮਤੀ ਹੋਵੇ। खुदा अपने कलाम दे पढ़े सुने जाने ते अपनी आशीष और बरकत देवे। इस तो पहला की पैर इंग्लिश ਵਿੱਚ ਪੜ੍ਹ ਲੈ। Psalm 128, the reward of obedience to the Lord. Happy are those who obey the Lord, who live by his commands. Your work will provide for your needs. You will be happy and prosperous. Your wife will be like a fruitful vine in your home, and your sons will be like young olive trees round your table. A man who obeys the Lord will surely be blessed like this. May the Lord bless you from Zion. May you see Jerusalem prosper all the days of your life. May you live to see your grandchildren. Peace be with Israel. Amen. Amen. Hallelujah. ਕੁਝ ਕਹਿਣਾ। ਹਾਂਜੀ। ਇਸ ਤੋਂ ਪਹਿਲਾਂ ਕਿ ਭੈਣ ਪ੍ਰਵੀਨ ਕੁਛ ਕਲਾਮ ਚੋਂ ਪੜ੍ਹੇ, ਮੈਂ ਦੱਸਣਾ ਚਾਹੁੰਦਾ ਹਾਂ ਇਹ ਦੁਨੀਆ ਜਿੱਥੇ ਕਿ ਅਸੀਂ ਪੈਦਾ ਹੋਏ ਹਾਂ ਜਾਂ ਰਹਿ ਰਹੇ ਹਾਂ, ਇਹਦੀ ਸ਼ਾਨੋ ਸ਼ੌਕਤ ਦੇਖ ਕੇ ਇਨਸਾਨ ਬੜਾ ਖੁਸ਼ ਹੁੰਦਾ, ਪਰ ਇਹ ਸਭ ਚੀਜ਼ਾਂ ਮਿਟ ਜਾਣ ਵਾਲੀਆਂ ਹੈ। ਸਾਨੂੰ ਪਤਾ ਹੈ ਕਿ ਪ੍ਰਭੂ ਯਿਸੂ ਮਸੀਹ ਆਪਣੀ ਦੁਲਹਨ ਨੂੰ ਲੈਣ ਆ ਰਿਹਾ ਹੈ। ਪ੍ਰਭੂ ਯਿਸੂ ਮਸੀਹ ਦੁਨੀਆ ਤੇ ਇੱਕ ਵਾਰੀ ਪੈਦਾ ਹੋਇਆ। ਆਪਾਂ ਨੂੰ ਸਭ ਨੂੰ ਪਤਾ ਕਿ ਉਹਨੇ ਸਾਡੇ ਸਭ ਦੇ ਲਈ ਯਹੂਨਾ 3:16 ਚ ਲਿਖਿਆ ਹੈ ਕਿ ਪਰਮੇਸ਼ਰ ਨੇ ਜਹਾਨ ਨਾਲ ਐਸੀ ਮੁਹੱਬਤ ਰੱਖੀ ਕਿ ਉਸਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜੋ ਕੋਈ ਉਸ ਤੇ ਈਮਾਨ ਲਿਆਏ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਬ੍ਰਦਰ ਯੂਨਸ ਔਰ ਭੈਣ ਪ੍ਰਵੀਨ ਲੋਕਾਂ ਨੂੰ ਯਰੂਸ਼ਲਮ ਇਸਰਾਈਲ ਲੈ ਜਾਂਦੇ ਨੇ ਔਰ ਤੁਹਾਨੂੰ ਵੀ ਜਿਹਨੂੰ ਵੀ ਮੌਕਾ ਮਿਲੇ ਤੁਸੀਂ ਜ਼ਰੂਰ ਜਾਇਓ ਔਰ ਉਸ ਖੁਦਾ ਦੀ ਉਸ ਖੁਦਾਈ ਨੂੰ ਦੇਖਿਓ। ਔਰ ਉਹ ਅੱਜ ਵੀ ਕਬਰ ਖਾਲੀ ਹੈ ਜਿੱਥੇ ਕਿ ਯਿਸੂ ਮਸੀਹ ਪੈਦਾ ਹੋਇਆ, ਉਸ ਮੁਲਕ 'ਚ ਸਭ ਕੰਮ ਕੀਤੇ ਔਰ ਮਰਿਆ, ਦਫਨ ਹੋਇਆ, ਤੀਜੇ ਦਿਨ ਮੁਰਦਿਆਂ 'ਚੋਂ ਜੀ ਉੱਠਿਆ। ਉਹਦੀ ਕਬਰ ਅੱਜ ਵੀ ਗਵਾਹੀ ਦਿੰਦੀ ਹੈ ਕਿ ਯਿਸੂ ਮਸੀਹ ਜ਼ਿੰਦਾ ਹੈ। ਫਿਕਰ ਕਰਿਆ ਕਰੋ, ਸੋਚਿਆ ਕਰੋ ਆਪਣੀ ਜ਼ਿੰਦਗੀ ਤੇ। ਪ੍ਰਭੂ ਕਲਾਮ 'ਚ ਲਿਖਿਆ ਹੈ ਤੁਸੀਂ ਆਪਣਾ ਹੀ ਨਹੀਂ ਸੋਚੋ, ਦੂਜਿਆਂ ਲਈ ਵੀ, ਸਭ ਭੈਣ ਭਰਾਵਾਂ ਲਈ, ਰਿਸ਼ਤੇਦਾਰਾਂ ਲਈ ਵੀ ਸੋਚਿਆ ਕਰੋ ਕਿ ਜੇ ਅਸੀਂ ਅੱਜ ਪ੍ਰਭੂ ਯਿਸੂ ਮਸੀਹ ਅਗਰ ਅੱਜ ਆ ਜਾਣ, ਜਿਹੜੇ ਇਮਾਨਦਾਰ ਆ ਉਹਨਾਂ ਨੂੰ ਤਾਂ ਉਹਨੇ ਲੈ ਹੀ ਜਾਣਾ, ਜਿਹੜੇ ਦੂਸਰੇ ਆ ਉਹਨਾਂ ਨੂੰ ਸਭ ਨੇ ਇੱਥੇ ਹੀ ਰਹਿ ਜਾਣਾ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਮੈਂ ਬਾਪ ਦੇ ਕੋਲ ਜਾਂਦਾ ਤੁਹਾਡੇ ਲਈ ਜਗ੍ਹਾ ਤਿਆਰ ਕਰੂੰਗਾ, ਕਿ ਜਿੱਥੇ ਮੈਂ ਰਹਿਣਾ ਹਾਂ ਉੱਥੇ ਤੁਹਾਨੂੰ ਮੁੜ ਕੇ ਆ ਕੇ ਤੁਹਾਨੂੰ ਆਪਣੇ ਨਾਲ ਲੈ ਜਾਊਗਾ, ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ। ਸਾਨੂੰ ਇਸ ਦੁਨੀਆ ਦੀ ਸ਼ਾਨੋ ਸ਼ੌਕਤ ਸਭ ਮਿਟ ਜਾਣ ਵਾਲੀਆਂ ਚੀਜ਼ਾਂ ਹਨ। ਜਿਸ ਦੇ ਕੋਲ ਬੇਟਾ ਹੈ ਪ੍ਰਭੂ ਯਿਸੂ ਮਸੀਹ ਹੈ, ਉਸ ਦੇ ਕੋਲ ਜ਼ਿੰਦਗੀ ਹੈ। ਅਸੀਂ ਆਪਣੇ ਰਿਸ਼ਤੇਦਾਰਾਂ ਲਈ, ਆਪਣੇ ਭੈਣ ਭਰਾਵਾਂ ਲਈ, ਆਪਣੀ ਕਮਿਊਨਿਟੀ 'ਚ ਰਹਿੰਦੇ ਦੁਆ ਕਰਿਆ ਕਰੋ ਕਿ ਪ੍ਰਭੂ ਸਾਡੇ ਵਿੱਚੋਂ ਕੋਈ ਜਨ ਇਸ ਦੁਨੀਆ ਤੇ ਰਹਿ ਨਾ ਜਾਏ। ਜਿੱਦਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ 5 ਕੁਆਰੀਆਂ, 5 ਸੁਸਤੀ ਦੀਆਂ ਮਾਰੀਆਂ, 5 ਹੁਸ਼ਿਆਰ ਸੀਗੀਆਂ ਔਰ ਉਹ 5 ਜਿਹੜੀਆਂ ਹੁਸ਼ਿਆਰ ਸੀ ਉਹ ਤਾਂ ਦੁਲਹੇ ਦੇ ਨਾਲ ਅੰਦਰ ਚਲ ਗਈਆਂ ਵਿਆਹ ਵਾਲੇ ਘਰ, ਤੇ ਜਿਹੜੀਆਂ ਦੂਸਰੀਆਂ ਸੀ 5
ਉਹ ਬਾਹਰ ਹੀ ਰਹਿ ਗਏ। ਸਾਡੇ ਚੋਂ ਕੋਈ ਜਨਾ ਰਹਿ ਨਾ ਜਾਵੇ। ਆਖਰੀ ਦਿਨ ਹੈ, ਆਪਣੇ ਤੇ ਸੋਚਿਆ ਕਰੋ ਕਿ ਅਸੀਂ ਦੁਨੀਆ ਤੋਂ ਨਾ ਕੁਛ ਲੈ ਕੇ ਆਏ ਹਾਂ ਨਾ ਲੈ ਕੇ ਜਾਣਾ ਹੈ। ਸਿਰਫ ਇਹ ਹੈ ਸਾਡੀ ਮਸੀਹੀ ਜ਼ਿੰਦਗੀ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਜਿਹਦੇ ਤੋਂ ਸਾਡੀ ਜ਼ਿੰਦਗੀ ਤੋਂ ਦੇਖ ਕੇ ਉਹ ਕਹਿੰਦਾ ਤੁਸੀਂ ਦੁਨੀਆ ਲਈ ਖਤ ਬਣੋ ਤਾਂ ਕਿ ਤੁਹਾਡੀ ਜ਼ਿੰਦਗੀ ਨੂੰ ਲੋਕ ਪੜ੍ਹਨ ਕਿ ਇਹ ਸੱਚਮੁੱਚ ਖੁਦਾ ਦੇ ਲਈ ਭੇਜ ਦਿੱਤੀ। ਖੁਦਾ ਤੁਹਾਨੂੰ ਬਰਕਤ ਦੇਵੇ। ਅਸੀਂ ਇੱਥੇ ਆਏ ਹਾਂ ਬੜੇ ਆਪਣੇ ਆਪ ਨੂੰ ਠੀਕ ਤਾਪ ਕਰਕੇ ਕੱਪੜਾ ਲੀੜਾ ਪਾ ਕੇ ਟੈਨਸ਼ਨ ਹੋ ਕੇ ਆਏ। ਇੱਦਾਂ ਹੀ ਖੁਦਾ ਚਾਹੁੰਦਾ ਉਹਦੇ ਲੋਕ ਇੱਦਾਂ ਦੇ ਬਣ ਜਾਣ ਕਿ ਜਦੋਂ ਆਪਣੀ ਦੁਲਹਨ ਨੂੰ ਲੈਣ ਆਵੇ ਤੇ ਜਿਹੜੇ ਲੋਕ ਜ਼ਮੀਨ ਤੇ ਆ ਉਹ ਹਵਾ ਝੋੜ ਕੇ ਉਹਦਾ ਇਸਤਕਬਾਲ ਕਰਨ, ਤੇ ਜਿਹੜੇ ਲੋਕ ਮੋਏ ਹਨ ਉਹ ਮੋਏ ਨਹੀਂ ਬਲਕਿ ਸੌ ਗਏ ਹਨ, ਉਹ ਪਹਿਲਾਂ ਜੀ ਉੱਠਣਗੇ। ਸਾਡੀ ਦੁਨੀਆ ਜਿਹੜੀ ਇਹ ਹੈ ਇਹ ਖਤਮ ਹੋ ਜਾਣੀ ਹੈ ਕਿਤੇ। ਸਾਨੂੰ ਇਹੀ ਚਾਹੀਦਾ ਹੈ ਕਿ ਸਾਡੀ ਜ਼ਿੰਦਗੀ ਖੁਦਾ ਨੂੰ ਪਸੰਦ ਆਏ। ਭੈਣ ਪ੍ਰਵੀਨ ਔਰ ਬ੍ਰਦਰ ਯੂਨਸ ਰੇਡੀਓ ਖੁਸ਼ਖਬਰੀ ਚਲਾਉਂਦੇ ਹੈ, ਔਰ ਤੁਹਾਨੂੰ ਮੈਂ ਦੁਬਾਰਾ ਦੱਸਦਾ ਹਾਂ ਵੀ ਇਸ ਰੇਡੀਓ ਖੁਸ਼ਖਬਰੀ ਦੇ ਦੁਆਰਾ ਪਤਾ ਨਹੀਂ ਕਿੰਨੀਆਂ ਰੂਹਾਂ ਬਚਦੀਆਂ ਤੇ ਬਚਣੀਆਂ, ਤਾਂ ਤੁਸੀਂ ਇਹਨਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ। ਇਹ ਨਹੀਂ ਵੀ ਹਾਂ ਵੀ ਮੈਂ ਕਹਾਂ ਵੀ ਮੇਰਾ ਬੇਟਾ ਦਿੰਦਾ ਜਾਂ ਬੇਟੀ ਦਿੰਦੀ ਜਾਂ ਕੋਈ ਹੋਰ, ਮੇਰਾ ਜੋ ਫਰਜ਼ ਹੈ ਉਹ ਮੈਨੂੰ ਕਰਨਾ ਚਾਹੀਦਾ। ਸਾਡਾ ਧਨ ਦੌਲਤ ਇੱਥੇ ਹੀ ਰਹਿ ਜਾਣਾ। ਉਹ ਕਹਿੰਦਾ ਜਿੱਥੇ ਤੇਰਾ ਧਨ ਹੈ ਉੱਥੇ ਹੀ ਤੇਰਾ ਮਨ ਹੈ। ਧਨ ਉੱਥੇ ਜੋੜੋ ਜਿੱਥੇ ਕੀੜਾ ਨਹੀਂ ਲੱਗਦਾ, ਜਗਾਲ ਨਹੀਂ ਲੱਗਦਾ, ਚੋਰ ਚੋਰੀ ਨਹੀਂ ਕਰਦਾ। ਖੁਦਾ ਤੁਹਾਨੂੰ ਸਭ ਨੂੰ ਬਰਕਤ ਦੇਵੇ। ਥੋੜੀਆਂ ਗੱਲਾਂ ਨੂੰ ਹੀ ਬਹੁਤ ਸਮਝਣਾ ਔਰ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਤੁਹਾਡੇ ਸਭ ਦੀ ਜ਼ਿੰਦਗੀ ਤੋਂ ਇੱਜ਼ਤ ਔਰ ਚਲਾਉਣਾ ਹੈ। ਆਮੀਨ। ਹਾਲੇਲੂਇਆ। ਹਾਲੇ ਸਾਰੀਆਂ ਆਪਣੇ ਸਿਰਾਂ ਨੂੰ ਪ੍ਰਭੂ ਦੇ ਹਜ਼ੂਰ ਚੁਕਾਈਏ। ਹਾਲੇ ਬੱਚੇ ਸੁਣ ਤੋਂ ਪਹਿਲਾਂ ਅਸੀਂ ਹਾਲੇਲੂਇਆ ਪ੍ਰਭੂ ਨੂੰ ਪਾਕ ਨੂੰ ਮਹਿਸੂਸ ਕਰੀਏ। ਹਾਲੇ Hallelujah.
खुदावन जी तुहाड़ा धन्नवाद ते तुहाड़ा शुक्र करते हैं यस एक बार फिर खुदावन तुहाडे वचन च लिखा कि जिथे 2 ਜਾਂ 3 मेरे नाम ਦੇ ਵਿੱਚ जमा होणगे ਉਹਨਾਂ ਦੇ ਵਿੱਚ मैं हाजिर होवांगा प्रभु जी साडा ईमान है विश्वास है तुसीं साडे विच हो तुसीं साडे नाल हो प्रभु जी और खुदा साडा ਅੱਜ ਦਾ जमा होना खुदावन इस घर ਦੇ ਲਈ ਇਹਨਾਂ ਬੱਚਿਆਂ ਦੀ ਬਰਕਤ ਦਾ ਵਾਰਿਸ ਹੋਵੇ पिता जी और मेरा परमेश्वर खुदावन सारे ਬੱਚਿਆਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਅਸੀਂ ਦਿੰਦੇ ਹਾਂ और खुदावन ਅੱਜ ਦੇ ਬੱਚੇ ਲਈ दुआ करते हैं प्रभु जी जो भी ਤੁਹਾਡੀ ਦਾਸੀ पिता परमेश्वर खुदावन ਅੱਜ बचन सुनावे प्रभु जी फलदार होवे पिता परमेश्वर खुदावन ना बच्चों ਨੂੰ बच्चे ਦੇ ਦੁਆਰਾ भी प्रभु जी बहुत सारी बरकत मिले और जिन्ने भी बच्चे बेटे बेटियां इस समय प्रभु ਤੁਹਾਡੇ ਬੱਚਿਆਂ ਨੂੰ जिस भी जगह पे जिस भी कंट्री ਦੇ ਵਿੱਚ जिस भी शहर ਦੇ ਵਿੱਚ सुन रहे हैं प्रभु जी इंसान प्रभु जी आशीष ना पाजे प्रभु जी खुदावन हर घर ਦੇ ਵਿੱਚ ਬਰਕਤ ਆ ਜਾਏ प्रभु जी हर घर ਦੇ ਵਿੱਚ ਖੁਸ਼ੀਆਂ ਆ ਜਾਏ पिता परमेश्वर खुदावन ਦਾ ਤੁਹਾਡੇ ਨਾਮ ਨੂੰ ਜਲਾਲ ਮਿਲੇ प्रभु जी ਤੁਸੀਂ ਸਭ ਦੇ ਵਾਸਤੇ ਸਭ ਨੂੰ ਪਿਆਰ ਕਰਦੇ ਹੋ प्रभु जी खुदावन ਦਾ धन्यवाद तेरा शुक्र ਤੁਹਾਡਾ शुक्र तेरा शुक्र यीशु के नाम में मांगते हैं आमीन हालेलुया खुदावन की जय हो खुदावन सबको बहुत सारी बरकत बहुत सारी प्रभु जी सबको आशीष दे यीशु के नाम के लिए आज हम दोपहर जमा हुए हैं अपने बच्चों के घर में खुदावन जी ने बहुत सारी बरकत दे प्रिंस को और सूजन और बच्चों को और सारे परिवार को और सारे हमारे अजीजों को जो दूर से आए हैं नज़दीक से आए हैं खुदावन सबको बहुत सारी बरकत दे और जिंदा गवाहियों के लिए अपने अजीजों के लिए खुदावन का शुक्र करते हैं जो यीशु मसीह में कायम और दायम है खुदावन बहुत सारी बरकत दे दाऊद ने कहा उसका धन्यवाद करना भला है किसका अपने यहोवा परमेश्वर का धन्यवाद करना भला है वन में जो में लिखा हुआ खुदावन का धन्यवाद करना भला है हे परम प्रधान तेरे नाम का भजन गाना परतकाल को तेरी करुणा प्रति रात तेरी सच्चाई का प्रचार करना 10 तार वाले बाजे पर सरंगी पर बीन पर सबर से गाना भला है क्योंकि हे यहोवा तूने मुझे अपने काम से आनंदित किया हालेलुया खुदा यीशु का शुक्र करते हैं हमारे अजीजों को हमारे बच्चों को बहन भाइयों को खुदावन ने बड़ी खुशी दी है शिफा भी दी है तंदुरुस्ती भी दी है और आज के दिन के लिए हम खुदावन का शुक्र करेंगे आपके सामने ज़बूर नंबर 128 पढ़ा गया क्या ही धन्य है हर एक जो खुदा का भाई मानता है जो खुदा का डर रखता है खुदावन का डर अजीजों अक्ल का शुरुआत है दनाई का शुरुआत है जो भी लोग खुदा से डरते हैं खुदावन क्या करता है उनकी अक्ल को अच्छा करता है हमारे भाई ने अभी अभी गवाही दी कि हम चर्च में जाया करते थे हम नाम के क्रिश्चियन थे नाम के मसीही लोग थे लेकिन हमारे अंदर इतना खुदावंद का काम नहीं हो रहा था जब तक हमने उन लोगों की संगति नहीं की जो यीशु मसीह को बहुत सारा गहराइयों में जानते हम सब जानते हैं बनी पेंतिकोस्त के दिन खुदावंद यीशु मसीह ने अपने पवित्र आत्मा को ढीला था हालेलुया हालेलुया खुदावंद के यीशु के नाम के लिए एक जोरदार ताली बजाएं खुदावंद का शुक्र हो दाऊद जब भी रात को उठते थे दाऊद अपने बिस्तर से उठ के जब भी जाते थे वॉशरूम के लिए जब वैसे भी उठते थे तो वचन में लिखा वो खुदा का अपने बिस्तर को दे के खुदा का शुक्र करते थे दाऊद अजीजों कौन था हम सब जानते हैं दाऊद एक भेड़ बकरियां चराने वाला इंसान था तो आपको पता है जो भेड़
पेंतीकोस्त के दिन में जब पवित्र आत्मा आया था, लोगों के अंदर बड़ा जोश आ गया था। वो खुदा की भजन बंदगी जोश के साथ करते थे, जोर के साथ करते थे, आत्मा के साथ करते थे। तो अजीजों, जो लोग आत्मा से खुदा की बंदगी करते हैं, खुदावंद यीशु मसीह उनके नजदीक रहते हैं। क्योंकि दो तरह की बंदगी है। जैसे भाई ने बताया, हम क्रिश्चियन थे, हम भी आपको बताते, हम भी शुरू से क्रिश्चियन थे, लेकिन हम भी बाइबल भी पढ़ते थे, चर्च भी जाते थे, लेकिन किसी के लिए कुछ नहीं कर सकते थे, अपने आप के लिए भी नहीं कुछ कर सकते थे, जब तक जो इंसान खुदावंद का धन्यवाद नहीं करता। इन अजीजों ने खुदा का धन्यवाद करने के लिए अपने लोगों को बुलाया, अपने रिश्तेदारों को बुलाया कि वो खुदा का धन्यवाद मिल के करें, एक दिन होके करें, आत्मा से करें, ताकि यीशु मसीह और इन्हें बरकत दे। हालेलुया। जब अजीजों हम खुदावंद का धन्यवाद करते हैं, तब खुदा का मन जो बहुत खुश होता है। तो अजीजों, हमने भी अपने खुदावंद यीशु मसीह को जब पूरी तरह से जाना कि वो कौन है, तो हमने खुदावंद यीशु मसीह का शुक्र किया। 91 में मैंने दूसरी बार बपतिस्मा लिया। ये नहीं कि मुझे बपतिस्मा पहले पता था, मैंने कब बपतिस्मा लिया, जब मैंने खुदावंद की बातों को जाना कि जब यीशु मसीह ने यूहन्ना से बपतिस्मा लिया तो पाक रूह उसके ऊपर उतर आया। हालेलुया, हालेलुया। तो जब पाक रूह उतरा तो आपको पता है, फिर खुदावंद यीशु मसीह ने तैयारी कर ली कि अब खुशखबरी जो है खुदावंद यहोवा परमेश्वर के लिए उन्होंने बताना है कि खुशखबरी क्या है। तो अजीजों, जब मैंने सुना था कि हमें पानी में बपतिस्मा लेना अवश्य ही है, तो अजीजों मैंने अपने आप को तैयार किया और ये जाना कि हमें बपतिस्मा लेने की क्यों जरूरत है। तो अजीजों, बपतिस्मा इसलिए लिया जाता है कि हम दूसरे जन्म में आए, क्योंकि जब हम अपने मसीही घरानों में पैदा होते हैं, हमारे माँ बाप हमें ब्लेसिंग देते हैं, वो बपतिस्मा नहीं है। जब छोटे बच्चों को हम बपतिस्मा देते हैं, बच्चों को नहीं पता हम उनके लिए क्या किया। जब हम पानी में बपतिस्मा लेते हैं, जब हम समझ जाते हैं कि बाइबल का क्या मतलब है, बाइबल क्यों लिखी गई है, खुदावन ने क्यों कहा है कि उसका धन्यवाद करना भला है, और बहुत सारी बातें, जैसे हम पेंतीकोस्त की मीटिंगों में जाते हैं, लोग जोश के साथ दुआएं करते हैं, जोश के साथ खुदावन का कलाम सुनाते हैं कि वो जाने कि वो कौन है। जब अजीजों इंसान जानना शुरू करता है खुदावंद को, तो जब मुझे पता चला कि हमें खुदावंद यीशु मसीह ने जब बपतिस्मा लिया तो पाक रूह उनके ऊपर उतरा, तो मैंने अपने आप की तैयारी की। मैंने जिनसे हम बाइबल स्टडी करते थे, मैंने कहा मैंने बपतिस्मा लेना है, तो उन्होंने कहा कि पहले बपतिस्मा। मैंने कहा पहले का बपतिस्मा मुझे नहीं पता, अब मैं बपतिस्मा इसीलिए लूंगी कि फिर गुनाह नहीं करना कोई, फिर पाप नहीं करना कोई, फिर झूठ नहीं बोलना, फिर किसी का दिल नहीं दिखाना, फिर किसी के साथ हमने ऐसा सलूक नहीं करना जो बाइबल के बाहर है। वो सलूक करेंगे जो खुदावंद यीशु मसीह हमसे चाहता है, क्योंकि खुदावंद ने कहा मैं तेरा बैठना उठना जानता हूँ, मैं तुझे दूर से पहचान लेता हूँ। तो अजीजों, हमें खुदावंद छुपे हुओं को देखते हैं, अगर हम आसमान पर चढ़े वहां भी खुदा देखते हैं। इसलिए हमें जब बपतिस्मे के बाद में हमें ऐसा जीवन गुजारना चाहिए कि दूसरे लोग हमारी जिंदगी को देख के खुदा का शुक्र करें। हालेलुया, हालेलुया। तो अजीजों, खुदावंद का धन्यवाद करना हमारे लिए बहुत भला है। आज हम इसलिए जमा हुए कि हम इन अजीजों के लिए इनके साथ मिलके उस खुशी का जो खुदावंद ने उन्हें दी है, बेटे की दाद दी है, शिफा भी दी है, उसके लिए हम खुदावंद का धन्यवाद करें। तो जब अजीजों मैंने बपतिस्मा लिया, तो मुझे जब पास्टर ने पूछा कि आपने दूसरी बार बपतिस्मा क्यों लेना है, तो मैंने कहा उस बपतिस्मे का मुझे नहीं पता, ये बपतिस्मा मैंने बाइबल को पढ़ के लिया है। बाइबल के अंदर क्या लिखा हुआ है, हमें बपतिस्मे के बाद में क्या करना चाहिए। तो मैंने कहा कि खुदावंद यीशु मसीह पर पवित्र आत्मा उतरा था, तो मैं चाहती हूँ कि मैं जब बपतिस्मा लूं, मुझ पर भी पाक रूह जो उतरे। हालेलुया, हालेलुया। अजीजों, जब हम खुदावंद को याद करके कोई भी काम करते हैं तो खुदावंद हमें कामयाब करता है।
आमीन। इसलिए दाऊद जब भी उठते थे अपने बिस्तर को देख के कि मैं तो भेड़ बकरियां चराने वाला इंसान था, मैं महल में कैसे आ गया। तो ये खुदावंद यीशु मसीह की मर्जी है। खुदा जो अजीजों किसी के तरफदार नहीं है। खुदावंद यीशु मसीह का जो नाम लेगा वो ही बचाया जाएगा। हालेलुया। तो इसलिए अजीजों लिखा हुआ है, तेरे घर के भीतर तेरी स्त्री फलवंत होगी, फलवंत दखालसी होगी। तेरी स्त्री किसकी? जो खुदा से डरते हैं। बहुत सारे लोग बेऔलाद हैं अजीजों, हमें पता है, जिनके पास औलाद नहीं, जिनको प्रार्थना के वसीला से खुदावन ने औलाद दी है, वो कितने खुश हैं। और आज भी जिनके पास औलाद नहीं है, उनका मन कितना दुखी होता होगा जब वो रात को उठते होंगे और कैसे उनका वह महसूस करते होंगे जब जैसे दाऊद रात को उठ के हो सकता वो देखता हो कि जो रात कैसी चल रही है। तो इस तरह से ऐसी जो जिनके पास औलाद नहीं, अगर वो उठते होंगे तो उनके मन में कितना दुख होता होगा कि अभी तक हमारे पास औलाद नहीं है। इसलिए अजीजों खुदावन ने कहा, तेरे घर के भीतर को किसकी स्त्री अजीजों? जो खुदा से डरता है, जो खुदा का खौफ करता है, उसके घर में खुदावन धन दौलत भी रखता है, बालक भी देता है। उन्होंने कहा है, तेरे मेज के चारों ओर तेरे बालक फल जल पौधों के समान होंगे। जल पौधों के, जल में जो पौधा लगाया जाता है वो कभी मुरझाता नहीं। हालेलुया, हालेलुया, हालेलुया। जो पौधा अजीजों पानी के दरार में लगाया जाता है, पानी नदी के किनारे लगाया जाता है, उसके पत्ते कभी मुरझाते नहीं और ना ही वो कभी सूखता है। यही बात इसलिए ज़बूर में दाऊद ने लिखी है कि उसके घर में दखालत सी होगी और तेरी चारों ओर, मेज के चारों ओर तेरे बालक जल पौधों के समान होंगे। और आगे लिखा हुआ सुन, हालेलुया, आगे लिखा हुआ सुन। क्या चीजों हमने सुनना है? खुदा के कलाम को हमने सुनना। खुदा का कलाम हमें क्या कहता है? उसने कहा, सुन, जो पुरुष यहोवा का भय मानता हो वो ऐसी ही आशीष पाएगा। हालेलुया, हालेलुया। जो खुदा का इंसान डर रखता है वो ऐसी ही आशीष पाएगा। जैसे हमने बाइबल के अंदर पढ़ा, तेरे घर के भीतर तेरी औरत, तेरी बीवी, तेरी वाइफ दखालत सी होगी। तो अजीजों, जो लोग खुदा से डरते हैं, खुदा उन्हें बच्चे भी देता है, उन्हें बरकत भी देता है, उन्हें सेहत और तंदुरुस्ती भी देता है। हम जो इंसान है बहुत बार बीमार हो सकते हैं, ये बड़ी बात नहीं, बीमारी आ सकती है, लेकिन खुदावंद ने कहा, मेरा धर्मी चाहे 7 बार गिर जाए, खुदावंद उसे उठा के खड़ा कर देते हैं। तो अजीजों, खुदावंद में रहना हमारे लिए भला है, हमारे बच्चों के लिए भला है, हमारे रिश्तेदारों के लिए भला है, हमारी कलीसिया के लिए भला है। जैसे आप जानते हैं, रेडियो पे काम करते हैं, लाखों लोगों का भला होता है। हालेलुया, हालेलुया। बहुत सारी गवाहियां कभी चैनल पे नहीं आती, मैं रेडियो पे भी आपको बहुत बार बताती हूँ। ऐसी गवाहियां हैं जो लोग दुख में चलते थे, बिस्तर से उठ नहीं सकते थे, चल फिर नहीं सकते थे, और खुदावंद यीशु मसीह ने उन लोगों को शिफा दी है। आज ही सुबह हम 2-4 हफ्ते पहले लंदन में किसी के घर में गए थे। वो खुदा परस्त आदमी था, लेकिन बीमार हो गया। वो इतना बीमार हो गया कि वो अभी उसको बाथरूम में जाना मुश्किल हो गया। तो बहन ने कहा, आप जरूर आए। वैसे तो उन्होंने कॉल किया, किसी से सुन के कॉल किया कि खुदा ने हमें कहा कि आप उनको जरूर ज्वाइन करो। उन्होंने कहा हमने मंथली स्पोर्ट शुरू करनी है। तो हमने कहा कि हाँ ठीक है, हम जहाँ आप रहते हो, हमारी एक बहन भी वहाँ रहती है, हम आने वाले उनके पास। तो उन्होंने कहा हम उन्हें जानते हैं। तो जब हम उनके घर में गए, उनके लिए दुआ की, खुदावंद से शिफा मांगी, तो सुबह आज हमारी बहन ने बताया कि सिस्टर जी वो बिल्कुल अच्छे हो गए। तो अजीजों, ये रेडियो पे हमारा काम करना ये 1-2 जन के लिए नहीं है, लाखों, करोड़ों, मिलियन, बिलियन लोगों को खुदावंद यीशु मसीह अपनी बाइबल की अक्ल देते हैं। और अजीजों, जब बाइबल को अक्ल के साथ हम इस्तेमाल करते हैं,
फिर ही खुदावंद का मन खुश होता है। बाइबल पढ़ के, बाइबल को समझ के रख देने से हमारी मदद नहीं होती जब तक हम खुदावंद की महिमा अपने कामों से नहीं करवाएंगे। तो हमें ज़रूरत है चीज़ों कि हम खुदावंद यीशु मसीह के नाम को जैसे खुदावंद चाहते हैं उस तरीके से लें। हमारे भाई हनी शुरू से ही इस चैनल को ज्वाइन किए हुए हैं, बहुत बार ये बीमार हुए हैं, खुदावंद ने उन्हें अच्छा किया है। एक बार इस बार की बात नहीं, भाई की आंखों को तकलीफ आ गई थी। उससे पहले कुछ साल पहले भाई को हार्ट की प्रॉब्लम हो गई थी। तो खुदावंद यीशु मसीह हमें उनके घर मिल गए और हमने दोनों ने मिलकर जोश के साथ उनके लिए दुआ की। तो खुदावंद यीशु मसीह ने उन्हें अच्छा किया। वो बार बार खुदा की गवाही देते आके, बहुत बार लोग ये सोच लेते हैं कि पता नहीं ज्यादा बाइबल पढ़ने वाले पता नहीं ज्यादा बोलते हैं। अजीजों, जो लोग खुदा से डरते हैं वो जरूर बोलेंगे। इसलिए बाइबल पढ़ने से हमें खुदावंद अपने कामों के लिए इस्तेमाल करते हैं। जरूरी है बाइबल पढ़ें। थोड़ा देर पहले की बात है, किसी ने कहा कि किसी को बिल्कुल देखता नहीं था और उन्होंने वो आस्ता आस्ता बाइबल पढ़नी शुरू की। इतनी बाइबल पढ़नी शुरू की कि उनकी जो चश्मा था उतर गया। हालेलुया। और खुदा ने इतनी उन्हें ताकत उनकी आंखों में दे दी कि वो ऐनक के बगैर, चश्मे के बगैर वो बाइबल को पढ़ना शुरू उन्होंने कर दिया। इसलिए चीज़ों हमें जरूर बाइबल पढ़नी चाहिए। बाइबल पढ़ने से हमारी हड्डियां भी मजबूत होती हैं, हमारी नसों में खुदावंद की ताकत आती है। तो बाइबल पढ़ने से आज चीज़ों इन बच्चों को बाइबल के बारे में पता है, इसलिए आप तमाम को और हमें इन्होंने दावत दी है कि यीशु का आके धन्यवाद करें। हालेलुया। इसलिए अजीजों हमें हमेशा खुदावंद की हजूरी में चलने के लिए खुदावंद यीशु मसीह हमारी मदद करते हैं और हमें संभालते हैं। इसलिए हमें हमेशा खुदावंद का धन्यवाद करना। ज़बूर 103 में लिखा, खुदावंद का धन्यवाद करना भला है और खुदावंद का शुक्र करना हमारे सब के लिए चीज़ों भला है, एक के लिए नहीं। क्योंकि खुदा जो है किसी का तरफदार नहीं है। खुदावंद अपने लोगों को मदद देते और अपने लोगों की हिफाजत करते हैं। और जैसे वचन में लिखा हुआ है, हे मेरे मन यहोवा को धन्य कह और जो कुछ मुझ में है वह उसके पवित्र नाम को धन्य कहे। जो कुछ इंसान के अंदर खुदावंद ने बोलने की ताकत दी है, प्रार्थना करने की ताकत दी है, सारी बातें खुदावंद का धन्यवाद करे। जो लोग अजीजों प्रार्थना के द्वारा दूसरे लोगों को खुदावंद की हजूरी में लाते हैं, खुदावंद से उनके लिए शिफा मांगते हैं, खुदावंद के आगे झुकते हैं लोगों के लिए, तो सचमुच अजीजों इसलिए खुदावंद का धन्यवाद करना भला है। और जो कुछ हमारे अंदर है खुदावंद के नाम को धन्य कहे। और सचमुच आगे लिखा हो, खुदावंद उनके रोगों को चंगा करता, उनकी बीमारियों को दूर करता, उन्हें बरकत देता, उन्हें खुदावंद तंदुरुस्त रखता है। इसलिए आगे लिखा हुआ है, यहोवा तुझे सिय्योन से आशीष देवे और तू जीवन भर यरूशलेम का कुशल देखता रहे, वरना तू अपने नाती पोतों को भी देखने पाए, इस्राएल को शांति मिले। हालेलुया। तो अजीजों खुदावंद ने यहाँ वादा किया है, तू अपने नाती पोतों को देखने पाएगा। अजीजों औलाद होगी तो नाती पोते होंगे, अगर औलाद नहीं मिलेगी तो नाती पोते भी नहीं देख सकते। हमने खुदावंद यीशु मसीह से बरकत पाई है नाती पोतों की। खुदावंद ने हमारे अजीजों को जो यहाँ बैठे हैं, हमारे एज के लोग हैं, बड़े भी हैं, खुदावंद ने उन्हें भी बरकत दी है, औलाद की बरकत दी है, आगे औलाद की और उनको बरकत दी है। इसलिए अजीजों हमें हमेशा ये नहीं आज हमने सरमन सुना, बात सुनी और हम दूसरे दिन कुछ और बातें नहीं। अजीजों जो कुछ सुना है इसे बढ़ाएं अपने जीवन में। गवाहियाँ सुनी है, बातें सुनी है, हमने अभी आपको बताया कि वो पढ़ने लगे थे जो खुदा का बंदा और उसकी आंखों में खुदावंद ने रोशनी भेज दी। खुदावंद के लिए करना सब कुछ मुमकिन है। अगर आपका बाइबल पढ़ने में दिल नहीं लगता तो यीशु मसीह को आज कहें, यीशु मसीह हमारी मदद कर, हम तेरे कलाम को पढ़ना चाहते हैं। अगर आपका दुआ में मन नहीं लगता तो यीशु को कहें, यीशु हम दुआ करना चाहते हैं। हम दुआ करेंगे
जब अजीजों इंसान दुआ करता है, खुदा का रूह हमारे जीवन में आ जाता है, हमारे नसों में, हमारी जिंदगी में, हमारी सोचों में खुदावंद का आत्मा जो काम करता है। इसलिए जो जो वादे खुदा के हैं तू अपने नाती पोतों को देख नहीं पाएगा। कौन अजीजों जो खुदा का डर रखता है? क्या ही धन्य है हर एक जो यहोवा का डर रखता, खुदा का भय मानता है। तो फिर अजीजों खुदावंद हर कुछ देता है। जब हम खुदावंद की तरफ चलते हैं, जैसे भाई ने बताया, जब उन्होंने जॉइन लोगों को किया जो आत्मा से भरे हुए लोग थे, तो खुदावंद यीशु मसीह ने उनके बच्चों को पूरी तरह से सेटल डाउन किया, उनकी मदद की। वो बार बार इस कंट्री में आते हैं। बहुत सारे लोग इस कंट्री में एक दिन के लिए आने के लिए तरसते हैं कि एक दिन हमें यूके में जाने के लिए मिले, लेकिन नहीं आ पाते। तो चीज़ों कितना जरूरी है कि हम खुदावंद का धन्यवाद करें, उसका शुक्र करें और उससे डरते रहें और एक दूसरे के लिए हमेशा दुआ करते रहें, भला मांगते रहें, जिससे हम खुदावंद की बादशाही में जा सके। कितने लोग चाहते स्वर्ग में जाना? हालेलुया, हालेलुया। सारे ही लोग जाना चाहते हैं। तो खुदावंद का शुक्र है आप खुदावंद के लोग हो, चर्च में जाते हो, मीटिंगों में जाते हो, दुआएं करते हो, बाइबल पढ़ते हो, मुबारक आप लोग हो। आज बहुत सारे लोग, जैसे सैटरडे है, कोई क्लब में गया, कोई पब में गया, कोई घूमने गया, कोई कितने कहीं गया, कोई कहीं, लेकिन आप खुदावंद के लोग, खुदावंद की पूजा सेवा के लिए जमा हुए हो। खुदावंद का शुक्र करते आपकी जिंदगी के लिए। खुदावंद आपको सबको बहुत बहुत बरकत दे। गॉड ब्लेस यू। सिस्टर एक मिनट मॉडल मैं तो पंजाबी पढ़ दूंगा। ये मेरी फेवरेट वर्सेस है 119 जबूर। यू कैन रीड 119 जबूर और दी 71, 72 and 73 वर्सेस। मैं पंजाबी पहला पढ़ना, बाद तू इंग्लिश पढ़ दे। मेरे लिए भला है कि मैं दुखी होया, ਤਾਂ ਜੋ ਮੈਂ ਤੇਰੀਆਂ ਵਿਧੀਆਂ ਨੂੰ ਸਿੱਖਾਂ। ਤੇਰੇ ਮੂੰਹ ਦੀ ਵਿਵਸਥਾ ਮੇਰੇ ਲਈ ਸੋਨੇ ਤੇ ਚਾਂਦੀ ਦੇ ਹਜ਼ਾਰਾਂ ਸਿੱਕਿਆਂ ਤੋਂ ਚੰਗੀ ਹੈ। ਤੇਰੇ ਹੱਥਾਂ ਨੇ ਮੈਨੂੰ ਬਣਾਇਆ ਤੇ ਰਚਿਆ ਹੈ। ਮੈਨੂੰ ਗਿਆਨ ਦੇ ਕਿ ਮੈਂ ਤੇਰੇ ਹੁਕਮਾਂ ਨੂੰ ਸਿੱਖਾਂ। ਆਮੀਨ। ਇਤਨੀ ਇੰਗਲਿਸ਼ ਪੜ੍ਹ ਦੇ। Psalm 119 from verse 71. My punishment was good for me, because it made me learn your commands. The law that you gave means more to me than all the money in the world. You created me and you keep me safe. Give me understanding so that I may learn your laws. Amen. आमीन। हालेलुया। खुदा बहुत सारी बरकत देवे और बेटे ਨੂੰ ਲੈ ਕੇ ਪ੍ਰਾਰਥਨਾ ਕਰਾਂਗੇ। ਹਾलेलुया। प्रिंस सुजन ले। हालेलुया। एक गीत गा लिया जाता है। ਯਿਸੂ ਮਸੀਹ ਦੇ ਆਉਣ ਦੀ ਤਿਆਰੀ ਦਾ ਇੱਕ ਗਾਣਾ ਆ। ਹਾਂਜੀ ਮੈਂ ਗਾਉਂਗਾ, ਤੂੰ ਤਬਲਾ ਢੋਲਕੀ ਚੌਧਰੀ ਕਰ ਦੀ। आ गया नीचे आ गया। चलो प्रार्थना करने के बाद पिता। हालेलुया। आज भाई हनी तुसी भी आज प्रार्थना करो बच्चों की। हालेलुया। सारे अपने हाथ करांगे बच्चों वाल नूं। हालेलुया। आशीष दे वास्ते, बरकत दे वास्ते। हालेलुया। ਪਿਆਰੇ ਪਿਤਾ ਪਰਮੇਸ਼ਰ, ਅਸੀਂ ਤੇਰੇ ਚਰਨਾਂ ਚ ਆਏ ਹਾਂ ਕਿ ਤੂੰ ਸਾਡਾ ਬਾਪ ਹੈ। ਮਸੀਹ ਯਿਸੂ ਸਾਡੇ ਅਬਦੀ ਜਲਾਲੀ ਬਾਪ, ਇਸ ਖਾਨਦਾਨ ਚ ਇਕੱਠੇ ਹੋਣ ਲਈ, ਇਸ ਖੁਸ਼ੀ ਲਈ ਜਿਹੜੀ ਤੂੰ ਇਸ ਖਾਨਦਾਨ ਚ ਬਖਸ਼ੀ ਆਪਣੇ ਬੱਚੇ ਪ੍ਰਿੰਸ ਨੂੰ ਔਰ ਆਪਣੀ ਬੱਚੀ ਸੂਜ਼ਨ ਨੂੰ।
पिता ये तेरी दया तेरा रहम तेरा फजल होया ਇਹ ਬੱਚਾ ਇਸ ਘਰ ਲਈ ਬਰਕਤਾਂ ਦਾ ਕਾਰਨ ਪਿਤਾ ਇਹ ਜਿਸ ਤਰ੍ਹਾਂ ਖੂਨ ਔਰ ਗੋਸ਼ਤ ਵਿੱਚ ਵਧੇ ਤੇਰੇ ਵਿੱਚ ਵਧੇ ਔਰ ਸੂਜ਼ਨ ਨੂੰ ਔਰ ਪ੍ਰਿੰਸ ਨੂੰ ਦੁਆਇਆ ਜ਼ਿੰਦਗੀ ਔਰ ਜ਼ਿੰਦਾ ਕਲਾਮ ਦੀ ਭੁੱਖ ਔਰ ਪਿਆਸ ਪੈਦਾ ਕਰੀ ਇਹਨਾਂ ਦੀਆਂ ਨਿਗਾਹਾਂ ਪ੍ਰਭੂ ਤੇਰੇ ਤੇ ਲੱਗੀਆਂ ਰਹਿਣ ਔਰ ਤੈਨੂੰ ਤੱਕਦੇ ਰਹਿਣ ਔਰ ਤੈਨੂੰ ਹੋਰ ਜ਼ਿਆਦਾ ਜਾਣਨ ਪਿਤਾ ਇਹਨਾਂ ਦੇ ਦੋਨਾਂ ਬੱਚਿਆਂ ਨੂੰ ਜਿੱਦਾਂ ਖੂਨ ਔਰ ਗੋਸ਼ਤ ਵਿੱਚ ਵਧਦੇ ਹਨ ਤੇਰੇ ਵਿੱਚ ਵਧੇ ਇਹਨਾਂ ਦੀ ਜ਼ਿੰਦਗੀ ਤੋਂ तेरे नाम में इज्जत और जलाल मिले ये सब तेरी मेहरबानी तेरी दया तेरा रहम तेरा फजल इस घर पे होया बेटा साडा इस घर च इकट्ठे होना दुआवां करना तेरे जलाल दे लई होवे बेटा तू इस खानदान नूं बहुत सारी आशीष और बरकत दे सब कुछ तेरे बेटे यीशु दे नाम च मंगदे और पा लेनी सुन ते कबूल कर आमीन 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 हालेलुया खुदाम तेरा शुक्र आसमानी बाप यीशु जो कुछ तेरे दास ने खुदाम दा अपना मुंह खोल के इन बच्चों के लिए आशीष मांगी है खुदावन तूने सुन लिया है खुदावन इस घर के लिए बड़ी बरकत मांगते हैं खुदावन आशीष मांगते हैं इन बच्चों के लिए खुदावन ये घर खुशियों से भरा रहे आशीषों से भरा रहे तेरे आने तक ये बच्चे जिंदा रहे और तेरी मुनादी करें और तेरा शुक्र करें हालेलुया आए खुदावंद यीशु मसीह जो भी कोई इस घड़ी इस जगह पे बीमार है दुखी है परेशान है तेरे सामने पेश करते हैं खुदावंद ऐ यीशु तू उनकी मदद कर आशीषों से भर दे यीशु मसीह के नाम से ये दुआ मांगते हैं आमीन आमीन हालेलुया थैंक यू जीसस थैंक यू फादर ਭਾਜੀ ਗੀਤ ਗਾ ਲਓ ਭਾਜੀ ਅੱਛਾ ਮੇਰੇ ਮਸੀਹੀ ਭੈਣ ਭਰਾਵੋ ਅਸੀਂ ਜਿਹੜਾ ਗੀਤ ਗਾਵਾਂਗੇ ਇਹਦੇ ਨਾਲ ਹੀ ਤੁਸੀਂ ਆਪਣਾ ਜੋ ਵੀ ਯੋਗਦਾਨ ਚੰਦਾ ਪਾਉਣਾ ਹੈ ਇਹ ਪ੍ਰਿੰਸ ਬੇਟਾ ਉਹ ਇੱਕ ਉਹ ਲਿਆ ਬੋਲ ਜਿਹਾ ਵਿੱਚ ਟਿਸ਼ੂ ਪੇਪਰ ਰੱਖ ਲਈ ਤੇ ਉਹਦੇ ਚ ਹਦੀਆ ਸਾਰੇ ਆਪਣਾ ਆਪਣਾ ਪਾਉਣਗੇ Dad? Dad? Wait. And that way. No, you need to go at foot. Good. You hold this one. You put it there. Daniel? Keep that around.
से दामन उजले उजले हो, उसके खून से दामन उजले उजले हो, लहू बहाने वाला सावन का है, लहू बहाने वाला सावन का करो तैयारी यीशु के जग जाने की, करो तैयारी यीशु के जग जाने की, बादलों में यीशु राजा आता है, बादलों में यीशु राजा आता है। हालेलुया, थैंक यू लॉर्ड। ਅਸੀਂ अब सिस्टर वास्ते दुआ करते हैं जब तक हालेलुया, फिर बात करते हैं बच्चे को पढ़ो। Yes, तेरी तारीफ हो खुदा, yes, Father. अपनी बेटी ਨੂੰ ਚੰਗਾ, Yes. अपनी बेटी ਨੂੰ ਸਿਰ ਤੋਂ ਪੈਰਾਂ ਤੱਕ ਇੱਕ ਇੱਕ ਖੁਦਾਵੰਦ ਖੁਦਾ ਨਸ ਹੱਡੀ ਨੂੰ ਛੂ ਕੇ ਆਪਣੀ ਬੇਟੀ ਨੂੰ ਚੰਗਾ। Yes, Father. ਤੇਰਾ ਸ਼ੁਕਰ ਪਿਆਰੇ ਖੁਦਾਵੰਦ ਯਿਸੂ ਦੀ ਤੁਸੀਂ ਯਿਸੂ ਮਸੀਹ ਦਾ ਨਾਮ ਲੈ Amen. 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 Yes. Yes. Oh, yes. Yes. Hallelujah. ਸਿਰ ਤੋਂ ਪੈਰਾਂ ਤੱਕ ਪ੍ਰਭੂ ਖੁਦਾਵੰਦ ਤੁਸੀਂ ਹਮੇਸ਼ਾ ਸਾਨੂੰ ਸੁਣਦੇ ਆ ਪਿਤਾ ਜੀ। ਪਿਆਰੇ ਖੁਦਾਵੰਦ ਦਾ ਸ਼ੁਕਰ ਅਸੀਂ ਕਰਦੇ ਹਾਂ ਕਿ ਤੁਸੀਂ ਖੁਦਾਵੰਦ ਆਪਣੇ ਬੱਚਿਆਂ ਦੀਆਂ ਦੁਆਵਾਂ ਸੁਣਦੇ, ਤੁਸੀਂ ਸਾਨੂੰ ਮਸਾ ਕੀਤਾ, ਤੁਸੀਂ ਸਾਨੂੰ ਆਪਣੇ ਲੋਕਾਂ ਦੇ ਵਾਸਤੇ ਚੁਣਿਆ ਪ੍ਰਭੂ ਜੀ। Amen. ਆਏ ਖੁਦਾਵੰਦ ਯਿਸੂ ਮਸੀਹ ਆਪਣੇ ਵਾਅਦੇ ਨੂੰ ਪੂਰਾ ਕਰਨਾ Yes, ਆਪਣੀ ਬੇਟੀ ਨੂੰ ਅੱਜ ਤੋਂ ਬਾਅਦ ਯਿਸੂ ਉਹਨਾਂ ਨੂੰ ਕਦੀ ਵੀ
कोई तकलीफ उन्होंने बदले छू ना सके हालेलुया। हर खुशी हर बरकत देना Yes, ਪਹਿਲੋਂ ਵੀ ਗੁਲਾਮ ਦੀ ਬੇਟੀ ਦੇ ਵਾਸਤੇ ਸਾਡੀਆਂ ਦੁਆਵਾਂ ਸਾਰਿਆਂ ਦੀਆਂ ਸੁਣੀਆਂ ਆਮੀਨ। ਅੱਜ ਵੀ ਤੁਸੀਂ ਆਏ ਖੁਦਾਵੰਦ ਆਪਣੇ ਘਰ ਦੇ ਵਿੱਚ ਹਮੇਸ਼ਾ ਸਲਾਮਤੀ ਤੇ ਖੁਸ਼ ਰਹੇ ਔਰ ਆਪਣੇ ਬੱਚਿਆਂ ਦੇ ਨਾਲ ਆਪਣੇ ਪਤੀ ਦੇ ਨਾਲ ਆਏ ਖੁਦਾਵੰਦ ਯਿਸੂ ਮਸੀਹ ਆਪਣੀ ਬੇਟੀ ਨੂੰ ਆਪਣੇ ਪਵਿੱਤਰ ਪਾਕ ਪਰਾਂ ਦੇ ਵਿੱਚ ਪਾ ਕੇ ਰੱਖੇ Amen. ਯਿਸੂ ਮਸੀਹ ਦਾ ਨਾਮ ਲੈ ਕੇ ਮੰਗਦੇ ਹਾਂ Amen. Amen. Hallelujah. Prince living to God. Amen. Yes. Yes, Father. Yes. ਦਿਆਲੂ ਕਿਰਪਾਲੂ ਯਿਸੂ Yes. ਇਹ ਪਰਿਵਾਰ ਤੇਰਾ ਹੈ ਖੁਦਾਵੰਦ Yes, ਖੁਦਾ। ਇਹ ਤੇਰੇ ਨਾਮ ਦੇ ਵਿੱਚ ਬਣੇ ਰਹਿਣ ਪ੍ਰਭੂ Yes, ਖੁਦਾ ਜੀ। ਤੇਰੇ ਨਾਮ ਦੇ ਵਿੱਚ ਤੇਰੀ ਜੈ ਜੈਕਾਰ ਕਰਦੇ Hallelujah. ਹਾਲੇਲੂਇਆ ਤੇਰਾ ਸ਼ੁਕਰ ਹੋ Yes. ਤੇਰੀ ਤਾਰੀਫ ਹੋ ਯਿਸੂ ਤੇਰੀ ਮੌਜੂਦਗੀ ਤੇਰਾ ਸ਼ੁਕਰ ਕਰ Yes, Father. ਖੁਦਾਵੰਦ ਯਿਸੂ ਤੁਸੀਂ ਇਸ ਆਪਣੇ ਖੁਦਾਵੰਦ ਬੇਟੇ ਨੂੰ ਆਪਣੇ ਪਵਿੱਤਰ ਪਾਕ ਹੱਥਾਂ ਦੇ ਵਿੱਚ ਲੈ ਕੇ ਪ੍ਰਭੂ ਜੀ ਪਿਆਰੇ ਖੁਦਾਵੰਦ ਰੂਹ ਦਾ ਮੱਸਾ ਤਾਜ਼ਾ ਮੱਸਾ Yes. ਤੇਰਾ Thank ਮੱਸਾ you, thank you, ਤੇਰੇ Lord. ਬੇਟੇ ਦੇ ਉੱਤਰੇ ਔਰ ਖੁਦਾਵੰਦ ਹਰ ਦੁੱਖ ਤਕਲੀਫ ਤੋਂ ਤੁਸੀਂ ਇਹਨਾਂ ਨੂੰ ਆਜ਼ਾਦ ਰੱਖਣਾ Amen. ਹਾਲੇਲੂਇਆ ਤੇਰਾ ਸ਼ੁਕਰ ਹੋ ਆਏ ਖੁਦਾਵੰਦ ਤੇਰੇ ਆਤਮਾ ਨੇ ਇਸ ਬੱਚੇ ਨੂੰ ਛੂ ਲਿਆ ਤੇਰਾ ਧੰਨਵਾਦ ਪ੍ਰਭੂ ਜੀ Amen. ਤੇਰਾ ਸ਼ੁਕਰ ਖੁਦਾਵੰਦ ਤੇਰੀ ਤਾਰੀਫ ਹੋ Yes. ਬੜੀ ਹੀ ਖੁਦਾਵੰਦ ਸਿਹਤ ਤੰਦਰੁਸਤੀ ਦੇ ਨਾਲ ਆਪਣੇ ਆਉਣ ਤੱਕ ਇਹਨਾਂ ਬੱਚਿਆਂ ਨੂੰ ਆਪਣੀ ਗਵਾਹੀ ਦੇ ਵਾਸਤੇ ਤਿਆਰ ਰੱਖਣਾ ਯਿਸੂ ਮਸੀਹ ਦਾ ਨਾਮ ਲੈ ਕੇ ਮੰਗਦੇ ਹਾਂ Amen. Hallelujah. Thank you, Lord. Thank you. अच्छा हाले चलो कोई बात यीशु तेरी बेटी वास्ते दुआ करते खुदावंद तेरी बच्ची है प्रभु Thank you, Lord. प्यारे खुदावंद जो लोग खुदावंद तेरे दासां की इज्जत करते हो तेरी इज्जत करते Amen. प्यारे खुदावंद यीशु मसीह उन्होंने अपना घर खोलिया ते आज प्रभु तेरा बड़ा इत्थे काम होवे यीशु जी अपनी बेटी की सारी दर्द नु खुदावंद खुदा चिड़क के दूर कर दो और खुदावंद अपनी मनादी वास्ते खड़े करो प्रभु हर जगह ते जाके प्रभु खुदावंद अपना वक्त तेन दवे ताकि यीशु जी बहुत सारे लोगों को खुदावंद ओदी गवाही तो आराम हो शिफा हो तंदुरुस्ती हो Thank you, Lord. तेरा शुक्र अमान दी मजबूती Yes, Father. यीशु मसीह दा नाम लेके मांगते Amen. आमीन तेरी बेटी हम सिर तो करा था खुदा यीशु तेरी बेटी तेरे पाक ते पवित्र हत्थां विच दिंदी यीशु ऐ शक्तिशाली महान परमेश्वर पूरी दुनिया के मालिक दा खालिक यीशु जी ये तेरी बेटी है खुदावंद यीशु मसीह प्यारे बाप जो हमेशा खुदावंद यीशु मसीह खुदावंद तेरा नाम जप लिया आए खुदावंद तो अपनी बेटी की मदद कर सिर तो पैरों तो सिर तक अपने Yes, हत्थां दे Lord विच लेके प्रभु अपनी बेटी नु आजाद कर खुदावंद हर दुख तकलीफ बीमारी दर्द तो प्रभु जी तेरी बेटी खुदावंद दौड़े फिरे और तेरा नाम खुदा